Audio Jungle. ਤੇ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਦੀ ਧਰਤੀ ਤੇ 3 ਜ਼ਿਲ੍ਹਿਆਂ ਦੇ ਵਿੱਚ ਤੇ 4 ਵਿਧਾਨ ਸਭਾ ਹਲਕਿਆਂ ਦੇ ਅੰਦਰ ਲਾਸ਼ਾਂ ਦੇ 70 ਵਿਛ ਗਏ ਔਰ ਜ਼ਹਿਰੀਲੀ ਸ਼ਰਾਬ ਦੇ ਨਾਲ ਬਟਾਲਾ, ਜੰਡਿਆਲਾ, ਗੁਰੂ, ਤਰਨਤਾਰਨ ਤੇ ਖਡੂਰ ਸਾਹਿਬ ਪ੍ਰਭਾਵਿਤ ਹੋਏ, ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਗਰੀਬ ਪਰਿਵਾਰਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋਏ। ਔਰ ਕੁਦਰਤੀ ਹੈ ਕਿ ਬੜਾ ਝੰਜੋੜ ਦੇਣ ਵਾਲਾ ਇੰਸੀਡੈਂਟ ਸੀ, ਬੜੀ ਮਾੜੀ ਘਟਨਾ ਸੀਗੀ, ਦੁਖਦਾਇਕ ਘਟਨਾ ਸੀਗੀ। ਹਰੇਕ ਨੂੰ ਦੁੱਖ ਪਹੁੰਚਾਇਆ। ਪੰਜਾਬ ਦੇ ਲੋਕਾਂ ਨੇ ਹਾਹਾਕਾਰ ਮਚਾਈ, ਵਿਰੋਧੀ ਪਾਰਟੀਆਂ ਵੀ ਸੜਕਾਂ ਤੇ ਆਈਆਂ ਔਰ ਇੱਥੋਂ ਤੱਕ ਕਿ ਆਮ ਜਨਤਾ ਨੇ ਕਾਂਗਰਸੀ ਆਗੂ ਸਾਹਿਬਾਨ ਦੇ ਜਿਹੜੇ ਬਤੌਰ ਦੋਸ਼ੀ ਜ਼ਹਿਰੀਲੀ ਸ਼ਰਾਬ ਦਾ ਕਾਰੋਬਾਰ ਕਰਨ ਤੇ, ਸ਼ਰਾਬ ਦਾ ਨਜਾਇਜ਼ ਕਾਰੋਬਾਰ ਕਰਨ ਤੇ ਦੋਸ਼ ਲਾਏ, ਉਹਨਾਂ ਦੀ ਸ਼ਮੂਲੀਅਤ ਦਾ ਪ੍ਰਗਟਾਵਾ ਕੀਤਾ, ਜਿਹਦੇ ਵਿੱਚ ਰਮਨਜੀਤ ਸਿੱਕੀ, ਉਹਦੇ ਪੀਏ ਜਰਮਨਜੀਤ ਤੇ ਰਮਨਜੀਤ ਸਿੱਕੀ ਦੇ ਬੜੇ ਖਾਸ ਨੇ ਪੰਡੋਰੀ ਗੋਲੇ ਤੋਂ ਸਰਪੰਚ ਬੱਬੂ ਸਰਪੰਚ, ਉਹਨਾਂ ਦਾ ਜ਼ਿਕਰ ਹੈ। ਔਰ ਆਸ ਸੀ ਕਿ ਸਰਕਾਰ ਘੱਟੋ ਘੱਟ ਇਸ ਮਸਲੇ ਤੇ ਕਾਰਵਾਈ ਹੁਣ ਕਰਨੀ ਪਊ, ਭਾਵੇਂ ਮਜਬੂਰੀ ਜੀ ਕਰਨੀ ਪਵੇ। ਜਿਹੜੇ ਬੰਦੇ ਦੋਸ਼ੀ ਸਾਹਮਣੇ ਆ ਗਏ ਨੇ, ਏਡਾ ਵੱਡਾ ਕਹਿਰ ਵਾਪਰਿਆ ਹੈ ਤੇ ਕਾਰਵਾਈ ਕਰੂਗੀ। ਪਰ ਬੇਸ਼ਰਮੀ ਦੀ ਹੱਦ ਦੇਖ ਲਓ, ਕਿਸੇ ਨੂੰ ਤੱਤੀ ਵਾਹ ਨਹੀਂ ਦਿੱਤੀ, ਕਿਸੇ ਨੂੰ ਸੱਦ ਕੇ ਥਾਣੇ ਪੁੱਛਿਆ ਵੀ ਨਹੀਂ, ਨਾਮ ਨਿਹਾਦ ਇਨਕੁਆਇਰੀ ਵੀ ਨਹੀਂ ਕੀਤੀ। ਔਰ ਸਰਕਾਰ ਬੜੇ ਵੱਡੇ ਦਾਅਵੇ ਕਰਦੀ ਸੀ ਕਿ ਅੱਜ ਤੋਂ ਬਾਅਦ ਨਹੀਂ ਕੁਝ ਵਾਪਰੇਗਾ ਪੰਜਾਬ 'ਚ। ਔਰ ਮੇਰਾ ਖਿਆਲ ਹੈ ਕਿ 30 ਤਰੀਕ ਨੂੰ ਜ਼ਹਿਰੀਲੀ ਸ਼ਰਾਬ ਦਾ ਕਾਂਡ 30 ਜੁਲਾਈ ਨੂੰ ਵਾਪਰਿਆ ਸੀ ਤੇ ਭੌਂ ਕੇ 17 ਅਗਸਤ ਨੂੰ ਵਾਪਰ ਜਾਂਦਾ, 20 ਦਿਨ ਵੀ ਨਹੀਂ ਲੰਘਦੇ ਤੇ ਜਿਹੜੀ ਜ਼ਹਿਰੀਲੀ ਸ਼ਰਾਬ ਆ ਫਿਰ ਉਸੇ ਤਰ੍ਹਾਂ ਗਲੀਆਂ ਦੇ ਵਿੱਚ ਆ, ਉਸੇ ਤਰ੍ਹਾਂ ਮੋੜਾਂ ਦੇ ਵਿੱਚ ਆ ਔਰ ਲੋਕ ਉਹਦਾ ਪੀ ਕੇ ਉਹਨੂੰ ਮੌਤ ਦਾ ਸ਼ਿਕਾਰ ਹੋ ਗਏ। ਔਰ ਪੰਡੋਰੀ ਗੋਲਾ ਜਿਹੜਾ ਚਰਚਿਤ ਪਿੰਡ ਹੈ ਜ਼ਹਿਰੀਲੀ ਸ਼ਰਾਬ ਕਾਂਡ ਦਾ, ਤੇ ਜਿੱਥੇ ਪ੍ਰਸ਼ਾਸਨ ਵੀ ਇੰਨੀ ਕੁ ਸਖਤੀ ਕਰਨੀ ਚਾਹੀਦੀ ਸੀ ਕਿ ਉੱਥੇ ਕੋਈ ਪਰਿੰਦਾ ਨਾ ਪਰ ਮਾਰਦਾ, ਪਰ ਉੱਥੋਂ ਦੇ 2 ਵਸਨੀਕ ਜਿਹੜੇ ਨੇ ਉਹ ਜ਼ਹਿਰੀਲੀ ਸ਼ਰਾਬ 17 ਤਰੀਕ ਨੂੰ ਪੀਣ ਕਰਕੇ ਦੋਵੇਂ ਨੌਜਵਾਨ ਤੇ ਅੱਧ ਗਰੀਬ ਪਰਿਵਾਰਾਂ ਦੇ ਉਹਨਾਂ ਦੀ ਮੌਤ ਹੋ ਗਈ। 2 ਜਿਹੜੇ ਨੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਅੱਖਾਂ ਤੋਂ ਅੰਨੇ ਹੋ ਗਏ ਨੇ। ਔਰ ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਪੱਤਰਕਾਰ ਭਾਈਚਾਰਾ ਪਿੰਡ ਪੰਡੋਰੀ ਗੋਲੇ 'ਚ ਪੀੜਤ ਪਰਿਵਾਰ ਕੋਲੇ ਜਾਂਦੇ ਆ ਤੇ ਪੀੜਤ ਪਰਿਵਾਰ ਪੱਤਰਕਾਰਾਂ ਕੋਲੇ ਇਜ਼ਹਾਰ ਕਰਦੇ ਨੇ, ਪ੍ਰਗਟਾਵਾ ਕਰਦੇ ਨੇ ਕਿ ਸ਼ਰਾਬ ਤੇ ਹਰੇਕ ਗਲੀ ਦੇ ਮੋੜ ਤੇ ਵਿਕਦੀ ਹੈ, ਕੋਈ ਰੋਕਣ ਵਾਲਾ ਨਹੀਂ, ਕਿਸੇ 'ਚ ਜੁਰਤ ਹੈ ਨਹੀਂ। ਉੱਥੇ ਜਿਹੜੇ ਜਦੋਂ ਪੱਤਰਕਾਰਾਂ ਦੇ ਸਾਹਮਣੇ ਜਿਹੀ ਗੱਲ ਹੁੰਦੀ ਤੇ ਤੁਹਾਡੇ ਨਾਲ ਹੀ ਵਾਪਰੀ ਹੈ। ਤੁਸੀਂ ਗਏ ਸੀ, ਤੁਹਾਡੇ ਵਿੱਚੋਂ ਹੀ ਸੱਜਣ ਗਏ ਨੇ, ਹਰਿੰਦਰ ਸੋਰੀ ਗਏ ਸੀ, ਪਵਨ ਗਿਆ ਸੀ, ਮੇਰਾ ਖਿਆਲ ਹੋਰ ਕਿਹੜੇ ਗਏ ਸੀਗੇ। ਔਰ ਜੋ ਕੁਛ ਉੱਥੇ ਜਿਸ ਤਰ੍ਹਾਂ ਦੀ ਗੁੰਡਾਗਰਦੀ ਹੋਈ, ਜਿਸ ਤਰ੍ਹਾਂ ਦੀ ਬਦਮਾਸ਼ੀ ਹੋਈ, ਜਿਸ ਤਰ੍ਹਾਂ ਨਾਲ ਇਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ, ਜਿਸ ਤਰ੍ਹਾਂ ਦਾ ਇਹਨਾਂ ਨਾਲ ਬੋਲ ਬੁਲਾਰਾ ਕੀਤਾ ਗਿਆ ਔਰ ਇੱਥੋਂ ਤੱਕ ਕਿਹਾ ਗਿਆ ਅੱਗੇ ਤੋਂ ਪਿੰਡ 'ਚ ਨਹੀਂ ਵੜਨਾ, ਸਾਡੀ ਸਰਕਾਰ ਹੈ, ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ। ਹੱਥੋਂ ਪਾਈ ਕੀਤੀ ਗਈ ਔਰ ਪੀਟੀਸੀ ਦੇ ਪੱਤਰਕਾਰ ਨੂੰ ਚੁੱਕ ਕੇ ਜਿਹੜੇ ਆ ਬੱਬੂ ਸਰਪੰਚ ਦਾ ਪੁੱਤ, ਉਹਦੇ ਭਤੀਜੇ, ਉਹਦੇ ਹੋਰ ਪਰਿਵਾਰਕ ਮੈਂਬਰ ਜਿਹੜੇ ਚੱਕ ਕੇ ਅਗਵਾ ਕਰਕੇ ਆਪਦੇ ਘਰੇ ਲੈ ਜਾਂਦੇ ਨੇ, ਬੰਦਕ ਬਣਾ ਲੈਂਦੇ ਨੇ। ਔਰ ਪੁਲਿਸ ਜਾ ਕੇ ਜਦੋਂ ਪੁਲਿਸ ਨੂੰ ਰਿਪੋਰਟ ਹੁੰਦੀ ਆ, ਪੁਲਿਸ ਮੌਕੇ ਤੇ ਪਹੁੰਚਦੀ ਆ, ਉਹਨੂੰ ਬੰਦਕ ਬਣਾਏ ਨੂੰ, ਉਹਦੀ ਕੁੱਟਮਾਰ ਕਰਦਿਆਂ ਨੂੰ ਪੁਲਿਸ ਛਿੜਾ ਕੇ ਲਿਆਉਂਦੀ ਹੈ ਤੇ ਪੁਲਿਸ ਦਾ ਫਰਜ਼ ਬਣਦਾ ਸੀ ਉਹਨੂੰ ਤਾਂ ਛਿੜਾ ਕੇ ਲਿਆਉਂਦੇ ਤੇ ਨਾਲ ਹੀ ਜਿਹੜੇ ਪਰਿਵਾਰ ਦੇ ਮੈਂਬਰ ਸੀਗੇ ਜਿਨ੍ਹਾਂ ਨੇ ਏਡਾ ਵੱਡਾ ਪੱਤਰਕਾਰਾਂ ਦੇ ਉੱਤੇ ਹਮਲਾ ਕੀਤਾ ਸੀਗਾ, ਡੈਮੋਕ੍ਰੇਸੀ ਦੇ ਉੱਤੇ ਹਮਲਾ ਕੀਤਾ ਸੀਗਾ, ਲੋਕਤੰਤਰ ਦੇ ਉੱਤੇ ਹਮਲਾ ਕੀਤਾ ਸੀਗਾ ਔਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ, ਪੱਤਰਕਾਰਾਂ ਦੇ ਉੱਤੇ ਹਮਲਾ ਕੀਤਾ ਸੀਗਾ,
ਉਹਨਾਂ ਸਾਰਿਆਂ ਨੂੰ ਨਾਲ ਲਿਆਉਣਾ ਚਾਹੀਦਾ ਸੀਗਾ ਔਰ ਉਸੇ ਵੇਲੇ ਜਿਹੜਾ ਮੁਕੱਦਮਾ ਰਜਿਸਟਰਡ ਹੋਣਾ ਚਾਹੀਦਾ ਸੀ। ਔਰ ਹੋਇਆ ਉਸਦੇ ਉਲਟ ਕਿ ਪੱਤਰਕਾਰ ਨੂੰ ਧਮਕਾਇਆ ਜਾਂਦਾ ਹੈ, ਆਓ ਉੱਥੇ ਬਹਿ ਜਾ ਪਿੱਛੇ ਹੋ ਕੇ, ਇਹ ਤਾਂ ਤੇਰੇ ਤੇ ਮੁਕੱਦਮਾ ਦਰਜ ਕਰ ਦਾਂਗੇ। ਔਰ ਇੰਨਾ ਡਰਾਇਆ ਜਾਂਦਾ ਹੈ, ਉਹਨੂੰ ਕਿਹਾ ਜਾਂਦਾ ਕਿ ਰਾਜੀਨਾਮਾ ਕਰ ਲਾ। ਇਹ ਤਾਂ ਤੁਸੀਂ ਪੱਤਰਕਾਰ ਭਾਈਚਾਰਾ ਸੀਗੇ, ਮਾੜਾ ਮੋਟਾ ਜੁਰਤ ਕਰ ਗਏ, ਹਾਂਜੀ, ਤੇ ਵੇਰ ਗਏ, ਤੇ ਮੇਰਾ ਖਿਆਲ ਨਹੀਂ ਤਾਂ ਬੰਦਾ ਤੇ ਉੱਥੇ ਹੱਥ ਜੋੜ ਕੇ ਕਹਿੰਦਾ ਕਿ ਮੇਰੇ ਕਿਹੜੇ ਕਾਗਜ਼ ਤੇ ਦਸਤਖਤ ਕਰਾਉਣੇ, ਜੇ ਸਰਦਾਰ ਜੀ ਕਰਵਾਓ ਤਾਂ ਮੈਂ ਘਰ ਨੂੰ ਜਾਵਾਂ, ਮੇਰਾ ਖਹਿੜਾ ਛੱਡੋ। ਜਿਸ ਤਰ੍ਹਾਂ ਦਾ ਪੁਲਿਸ ਨੇ ਬਿਹੇਵ ਕੀਤਾ। ਪਰ ਬੜੇ ਦੁੱਖ ਦੀ ਗੱਲ ਹੈ ਕਿ ਲਗਭਗ 20 ਘੰਟੇ ਬੀਤ ਗਏ, 20 ਤੋਂ ਵੀ ਉੱਤੇ, ਮੇਰਾ ਖਿਆਲ 22 ਘੰਟੇ ਦੇ ਲਗਭਗ ਟਾਈਮ ਹੋ ਗਿਆ ਹੈ, ਅਜੇ ਤੱਕ ਮੁਕੱਦਮਾ ਦਰਜ ਨਹੀਂ ਕੀਤਾ ਜਾ ਰਿਹਾ ਔਰ ਇਨਕੁਆਰੀ ਦੇ ਨਾਂ ਤੇ ਲਮਕਾਇਆ ਜਾ ਰਿਹਾ ਹੈ। ਇਨਕੁਆਰੀ ਕਾਹਦੀ? ਜਦੋਂ ਪੁਲਿਸ ਇੱਕ ਬੰਦਕ ਬਣਾਏ ਹੋਏ ਪੱਤਰਕਾਰ ਨੂੰ, ਅਗਵਾ ਕੀਤੇ ਹੋਏ ਪੱਤਰਕਾਰ ਨੂੰ ਕੁੱਟਮਾਰ ਕਰਦੇ ਬਦਮਾਸ਼ਾਂ ਕੋਲ ਛੁਡਾ ਕੇ ਲਿਆਉਂਦੇ ਹੈ, ਸ਼ਰਾਬ ਮਾਫੀਏ ਕੋਲੋਂ ਔਰ ਕਾਂਗਰਸੀ ਆਗੂਆਂ ਕੋਲੋਂ, ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ ਦੀ ਸਰਪ੍ਰਸਤੀ ਹਾਸਲ ਪਰਿਵਾਰ ਕੋਲੋਂ, ਉਹਨਾਂ ਤੇ ਮੁਕੱਦਮਾ ਤੇ ਦਰਜ ਹੋਣਾ ਚਾਹੀਦਾ ਸੀ। ਪਰ ਦਰਜ ਕਿਉਂ ਨਹੀਂ ਹੋ ਰਿਹਾ? ਇਸ ਕਰਕੇ ਨਹੀਂ ਹੋ ਰਿਹਾ, ਉਹਨਾਂ ਨੂੰ ਰਾਜਨੀਤਿਕ ਜਿਹੜੀ ਸ਼ਕਤੀ ਹੈ, ਸਰਪ੍ਰਸਤੀ ਹੈ, ਉਹ ਹਾਸਲ ਹੈ, ਤੇ ਇਸੇ ਕਰਕੇ ਬੁੜਕਦੇ ਨੇ ਕਿ ਸਾਡੀ ਸਰਕਾਰ ਹੈ, ਸਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ। ਔਰ ਐਸਐਸਪੀ ਧਰੋਦਈਆ ਇੱਥੇ ਰਹੇ ਨੇ, ਜਿਹੋ ਜਿਹੀ ਕਾਰਗੁਜ਼ਾਰੀ ਇੱਥੇ ਕਰਕੇ ਗਏ ਨੇ, ਜੋ ਇੱਥੇ ਕੰਡੇ ਬੀਜ ਕੇ ਗਏ ਨੇ, ਜਿਨ੍ਹਾਂ ਦਾ ਕਰਕੇ 100 ਤੋਂ ਉੱਤੇ ਇੱਥੇ ਤਰਨਤਾਰਨ ਦੇ ਵਿੱਚ ਮੌਤਾਂ ਹੋਈਆਂ, ਸ਼ਰਾਬ ਮਾਫੀਆ ਵਧਿਆ, ਔਰ ਜਾਣਕਾਰੀ ਹੋਣ ਦੇ ਬਾਵਜੂਦ ਵੀ, ਐਸਐਸਪੀ ਨੂੰ ਪਤਾ ਹੋਣ ਦੇ ਬਾਵਜੂਦ ਵੀ ਕਿੱਥੇ ਕਿੱਥੇ ਸ਼ਰਾਬ ਦਾ ਕਾਰੋਬਾਰ ਹੋ ਰਿਹਾ ਹੈ, ਕਿੱਥੇ ਕਿੱਥੇ ਸ਼ਰਾਬ ਦੀਆਂ ਫੈਕਟਰੀਆਂ ਚੱਲ ਰਹੀਆਂ ਨੇ, ਧਰੋਦਈਆ ਨੇ ਕੋਈ ਕਾਰਵਾਈ ਨਹੀਂ ਕੀਤੀ, ਕੋਈ ਕਾਰਵਾਈ ਨਹੀਂ ਕੀਤੀ, ਉਹਦੇ ਕੰਡੇ ਬੀਜੇ ਹੋਏ ਨੇ। ਪਰ ਸਾਨੂੰ ਆਸ ਸੀ ਕਿ ਐਸਐਸਪੀ ਜਿਹੜੇ ਧਰੁਵਨ ਐਚ ਨਿੰਬਲੇ ਆਏ ਨੇ, ਜਿਨ੍ਹਾਂ ਬਾਰੇ ਸਾਨੂੰ ਸੱਜਿਓਂ ਖੱਬਿਓਂ ਵੀ ਪੁਲਿਸ ਅਫਸਰਾਂ ਨੇ ਕਿਹਾ ਜੀ ਬੜੇ ਵਧੀਆ ਅਫਸਰ ਨੇ, ਅਸੀਂ ਵੀ ਕਿਹਾ ਕਿ ਹੋਣਗੇ ਜੀ, ਲੱਗ ਜਾਣਾ ਪਤਾ ਲੱਗ ਗਿਆ। ਨਿੰਬਲੇ ਸਾਹਿਬ, ਜੇ ਤੁਹਾਡੇ ਤੇ ਦਬਾਅ ਆ, ਤੁਸੀਂ ਆਪਦੀ ਕੁਰਸੀ ਨਾਲ ਇਨਸਾਫ ਨਹੀਂ ਕਰ ਸਕਦੇ, ਤੁਸੀਂ ਐਸਐਸਪੀਸ਼ਿਪ ਨਾਲ ਇਨਸਾਫ ਨਹੀਂ ਕਰ ਸਕਦੇ, ਤੇ ਘੱਟੋ ਘੱਟ ਇਸ ਗੱਲ ਦਾ ਤਾਂ ਪ੍ਰਗਟਾਵਾ ਕਰਦੇ ਹੋ ਕਿ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਦੇ ਤੁਹਾਨੂੰ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਦੇ ਹੁਕਮ ਕੀ ਨੇ? ਕੀ ਤੁਹਾਨੂੰ ਉਹਨਾਂ ਵੱਲੋਂ ਹਦਾਇਤਾਂ ਆ ਕਿ ਲਾਸ਼ਾਂ ਭਾਵੇਂ ਵਿਛੀ ਜਾਣ, ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਈ ਜਾਣ, ਕਾਂਗਰਸੀ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰੀ ਜਾਣ, ਕਿਸੇ ਨੇ ਰੋਕਣਾ ਨਹੀਂ, ਪੱਤਰਕਾਰਾਂ ਤੇ ਹਮਲੇ ਹੋਈ ਜਾਣ, ਪੱਤਰਕਾਰਾਂ ਨੂੰ ਅਗਵਾ ਕਰੀ ਜਾਣ, ਕਾਂਗਰਸੀ ਕੁੱਟੀ ਜਾਣ, ਪਰ ਕਾਂਗਰਸੀਆਂ ਦੀ ਵਾਹ ਵੱਲ ਨਹੀਂ ਝਾਕਣਾ। ਔਰ ਸਾਹਮਣੇ ਚੱਕਿਆ ਵੀ ਕਿਸੇ ਨੇ ਨਹੀਂ। ਇਸ ਤਰ੍ਹਾਂ ਦੀ ਕਾਰਵਾਈ ਹੋਈ। ਮੈਂ ਪ੍ਰੈਸ ਨੋਟ ਪੜ੍ਹ ਰਿਹਾ ਸੀ, ਐਸਐਸਪੀ ਸਾਹਿਬ ਵੱਲੋਂ ਜਾਰੀ ਹੋਇਆ, ਕਹਿੰਦਾ ਜੀ ਫਲਾਣਾ ਜਿਹੜਾ ਸੀਗਾ ਦਿਲਬਾਗ ਸਿੰਘ ਜਿਹੜਾ ਮਰ ਗਿਆ ਵਿਚਾਰਾ, ਤੇ ਹੀਰਾ ਸਿੰਘ ਜਿਹੜਾ ਵਿਚਾਰਾ ਮੌਤ ਨੂੰ ਪਿਆਰਾ ਹੋ ਗਿਆ, ਇਹ ਸ਼ਰਾਬ ਪੀਣ ਦੇ ਆਦੀ ਸੀ। ਮੰਨ ਲਿਆ, ਕੀ ਉਹਨਾਂ ਦਾ ਸ਼ਰਾਬ ਪੀਣਾ ਗੁਨਾਹ ਸੀਗਾ? ਉਹਨਾਂ ਦਾ ਗੁਨਾਹ ਹੈ। ਮੈਂ ਜਾਤੀ ਤੌਰ ਤੇ ਕਹਿੰਦਾ ਕਿ ਸ਼ਰਾਬ ਪੰਜਾਬ ਦੀ ਧਰਤੀ ਤੇ ਚਾਹੀਦੀ ਨਹੀਂ, ਕਿਸੇ ਨੂੰ ਵੀ ਨਹੀਂ ਪੀਣੀ ਚਾਹੀਦੀ। ਸਾਡੇ ਗੁਰੂ ਸਾਹਿਬਾਨ ਨੇ ਵੀ ਸ਼ਰਾਬ ਤੋਂ ਸਾਨੂੰ ਵਰਜਿਆ ਆ, ਨਸ਼ੇ ਤੋਂ ਵਰਜਿਆ ਆ, ਪਰ ਜਿਹੜੇ ਪੀਂਦੇ ਨੇ ਬਹੁਤ ਵੱਡੀ ਗਿਣਤੀ ਹੈ। ਕੀ ਉਹ ਸਾਰੇ ਗੁਨਾਹ ਕਰਦੇ ਨੇ? ਔਰ ਜਿਨ੍ਹਾਂ ਨੇ ਗੁਨਾਹ ਕੀਤਾ, ਜਿਨ੍ਹਾਂ ਨੇ ਜ਼ਹਿਰੀਲੀ ਸ਼ਰਾਬ ਬਣਾ ਕੇ ਫਿਰ ਪਰੋਸੀਏ ਪੰਡੋਰੀ ਗੋਲੇ ਪਿੰਡ 'ਚ, ਤਰਨਤਾਰਨ ਦੀ ਧਰਤੀ ਤੇ, ਐਸਐਸਪੀ ਨਿੰਬਲੇ ਸਾਹਿਬ ਦੀ ਇਲਾਕੇ ਦੇ ਵਿੱਚ ਹੋਇਆ ਕੀ? ਸ਼ਰੇਆਮ ਪਰਿਵਾਰ ਨਾਂ ਲੈ ਰਹੇ ਨੇ ਕਿ ਬੱਬੂ ਸਰਪੰਚ, ਇੱਕ ਪਤਨੀ ਭਜਨ ਕੌਰ, ਹਾਂਜੀ, ਉਹਨਾਂ ਦਾ ਨਾਂ ਲੈ ਰਹੇ ਆ, ਤੇ ਪਰਚਾ ਫੇਰ ਪਤਾ ਨਹੀਂ ਇੱਕ ਜੋਗਾ ਸਿੰਘ ਹੈ ਵਿਚਾਰਾ, ਸੈਂਸੀ ਸਿੰਘ ਉੱਤੇ ਕਰਦਾ, ਇੱਕ ਕਿਰਨਵੀਰ ਸਿੰਘ ਹੈ ਉਹਦੇ ਤੇ ਕਰਦਾ ਆ। ਇਹ ਤੇ ਵਿਚਾਰੇ ਥੱਲੇ ਗਲਾਸੀ ਫੜਾਉਣ ਵਾਲੇ ਆ। ਸ਼ਰਾਬ ਕਿਹਨਾਂ ਦੀ ਹੈ? ਸ਼ਰਾਬ ਦੇ ਪਿੱਛੋਂ ਹੈਗੀ ਰਮਨਜੀਤ ਸਿੱਕੀ ਦੀ, ਕਾਂਗਰਸੀਆਂ ਦੀ, ਔਰ ਉਹਨੂੰ ਗਾਂ ਦੀ ਗਾਂ ਜਰਮਨਜੀਤ ਦੇ ਰਾਹੀਂ ਸਪਲਾਈ ਹੁੰਦੀ ਹੋਈ ਬੱਬੂ ਕੋਲੇ ਜਿਹੜੀ ਆ ਥੋਕ ਦੇ ਵਿੱਚ ਆਉਂਦੀ ਹੈ, ਤੇ ਗਾਂ ਪਰਚੂਨ ਦੇ ਵਿੱਚ ਜਿਹੜੇ ਆ ਉਹ ਜੋਗਾ ਸਿੰਘ ਅੱਗੇ ਵਰਤਾਉਣ ਵਾਲੇ ਹੋਣਗੇ ਜਾਂ ਕਿਰਨਵੀਰ ਅੱਗੇ ਵਰਤਾਉਣ ਵਾਲੇ ਹੋਣਗੇ। ਇਸ ਕਰਕੇ ਜਿਹੜੀ ਸਾਡੀ ਪ੍ਰਸ਼ਾਸਨ ਕੋਲੋਂ ਮੰਗ ਹੈ, ਸਾਨੂੰ ਮਜਬੂਰ ਨਾ ਕਰੋ। ਅਸੀਂ ਕੋਵਿਡ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਤੋੜਨਾ ਨਹੀਂ ਚਾਹੁੰਦੇ, ਉਹਨਾਂ ਨੂੰ ਭੰਨਣਾ ਨਹੀਂ ਚਾਹੁੰਦੇ। ਅਸੀਂ ਨਹੀਂ ਚਾਹੁੰਦੇ ਕਿਸੇ ਤਰ੍ਹਾਂ ਦਾ ਅਸੀਂ ਪ੍ਰੋਟੈਸਟ ਕਰੀਏ ਤੇ ਕੋਵਿਡ ਦੀਆਂ ਜਿਹੜੀਆਂ ਹਦਾਇਤਾਂ ਨੇ, ਜਿਸ ਤਰ੍ਹਾਂ ਇਹ ਕਰੋਨਾ ਫੈਲ ਰਿਹਾ ਹੈ, ਉਹਦੀ ਉਲੰਘਣਾ ਕਰੀਏ ਤੇ ਕਿਸੇ ਤਰ੍ਹਾਂ ਦੀ ਜਿਹੜੀ ਮਹਾਮਾਰੀ ਦਾ ਕੋਈ ਇੱਥੇ ਸ਼ਿਕਾਰ ਹੋਣ। ਪਰ ਮਹਾਮਾਰੀ ਨਾਲ ਤਾਂ ਪਤਾ ਨਹੀਂ ਕਿਸੇ ਨੇ ਮਰਨਾ ਕਿ ਨਹੀਂ ਮਰਨਾ, ਪਰ ਜ਼ਹਿਰੀਲੀ ਸ਼ਰਾਬ ਦੇ ਨਾਲ ਤੁਸੀਂ ਜ਼ਰੂਰ ਮਾਰ ਰਹੇ ਜੇ। ਔਰ ਮੇਰੀ
ਨਿੰਬਲੇ ਸਾਹਿਬ ਨੂੰ ਬੇਨਤੀ ਹੈ ਕਿ ਜੇ ਤੁਸੀਂ ਸਖਤੀ ਨਾ ਕੀਤੀ, ਤੁਸੀਂ ਜਿਹੜੇ ਸ਼ਰਾਬ ਦੇ ਮੁੱਖ ਦੋਸ਼ੀ ਬੱਬੂ ਵਰਗੇ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਨਾ ਕੀਤਾ, ਔਰ ਬੱਬੂ ਵਰਗੇ ਉਹਦਾ ਲੜਕਾ, ਉਹਦੇ ਭਤੀਜੇ, ਉਹਦੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਪੱਤਰਕਾਰ ਦੇ ਉੱਤੇ ਹਮਲਾ ਕੀਤਾ ਹੈ, ਅਗਵਾਹ ਦਾ ਮੁਕੱਦਮਾ ਦਰਜ ਨਾ ਕੀਤਾ, ਕੁੱਟਮਾਰ ਦਾ ਮੁਕੱਦਮਾ ਦਰਜ ਨਾ ਕੀਤਾ, ਇਹਦਾ ਮਤਲਬ ਹੈ ਤੁਸੀਂ ਆਪ ਦੀ ਡਿਊਟੀ ਨਾਲ ਤੇ ਕੋਤਾਹੀ ਕਰ ਹੀ ਰਹੇ ਜੇ, ਔਰ ਸਾਨੂੰ ਵੀ ਮਜਬੂਰ ਕਰ ਰਹੇ ਜੇ ਕਿ ਅਸੀਂ ਐਜੀਟੇਸ਼ਨ ਤੇ ਆਈਏ। ਅਸੀਂ ਐਜੀਟੇਸ਼ਨ ਤੇ ਨਹੀਂ ਆਉਣਾ ਚਾਹੁੰਦੇ, ਸਾਨੂੰ ਸ਼ੌਂਕ ਨਹੀਂ, ਪਰ ਸਾਨੂੰ ਮਜਬੂਰ ਨਾ ਕਰਿਆ ਜੇ। ਮੁਕੱਦਮਾ ਦਰਜ ਕਰੋ ਉਹਨਾਂ ਲੋਕਾਂ ਦੇ ਛੇਤੀ ਤੋਂ ਛੇਤੀ, ਔਰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰੋ ਉਹਨਾਂ ਨੂੰ। ਜਿਹੜਾ ਫਰਾਰ ਹੋਣ ਦਾ ਮੌਕਾ ਜਿਹੜਾ ਆ, ਸੱਜੇ ਖੱਬੇ ਹੋਣ ਦਾ ਮੌਕਾ ਜਿਹੜਾ ਆ, ਸਾਨੂੰ ਪਤਾ ਰਹਿਣਾ ਉਹਨਾਂ ਨੇ ਰਮਨਜੀਤ ਦੀ ਸਿੱਕੀ ਦੀ ਕੋਠੀ ਦੇ ਵਿੱਚ ਹੀ ਹੈ, ਉਹਦੀ ਸਰਪ੍ਰਸਤੀ ਦੇ ਥੱਲੇ ਰਹਿਣਾ ਆ। ਪਰ ਸਾਨੂੰ ਪਹਿਲੀ ਤੇ ਗੱਲ ਹੈ ਕਿ ਜਿਸ ਤਰ੍ਹਾਂ ਦੀ ਤੁਸੀਂ ਐਸਐਸਪੀ ਸਾਹਿਬ ਲੀਪਾ ਪੁੱਤੀ ਕਰ ਰਹੇ ਨੇ, ਲਮਕਾ ਰਹੇ ਨੇ, ਸਾਨੂੰ ਕਿਸੇ ਤਰ੍ਹਾਂ ਦਾ ਇਨਸਾਫ ਹੁੰਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਇਨਸਾਫ ਹੋਇਆ ਹੀ ਨਹੀਂ। ਔਰ ਅਸੀਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਜਿਹੜੇ ਦੋ ਨੌਜਵਾਨ ਫਿਰ ਕਾਂਗਰਸ ਵੱਲੋਂ ਵਰਤਾਈ ਹੋਈ ਜ਼ਹਿਰੀਲੀ ਸ਼ਰਾਬ ਕਰਕੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ, ਔਰ ਪਰਿਵਾਰਾਂ ਦੇ ਨਾਲ ਹਮਦਰਦੀ ਕਰਦੇ ਹਾਂ। ਔਰ ਸ਼੍ਰੋਮਣੀ ਅਕਾਲੀ ਦਲ ਹਰ ਪੱਖੋਂ ਉਹਨਾਂ ਦੇ ਨਾਲ ਹੈ। ਇਹ ਲੜਾਈ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੋਂ ਤੱਕ ਵੀ ਜਾਣਾ ਪਿਆ ਜਾਵਾਂਗੇ। ਅਸੀਂ ਮਾਈਨਿੰਗ ਬਾਰੇ ਰੌਲਾ ਪਾਇਆ, ਕੁਛ ਨਹੀਂ ਕੀਤਾ ਗਿਆ, ਰੇਤ ਮਾਫੀਏ ਲੁੱਟ ਮਚਾ ਰੱਖੀ, ਔਰ ਅਖੀਰ ਹਾਈਕੋਰਟ ਦਾ ਦਰਵਾਜ਼ਾ ਖੜਕਿਆ ਤੇ ਹਾਈਕੋਰਟ ਨੇ ਇਨਕੁਆਇਰੀ ਮਾਰ ਕੀਤੀ ਸੀਬੀਆਈ ਨੂੰ। ਤੇ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਸਿਟਿੰਗ ਜੱਜ ਜਿਹੜੇ ਨੇ ਹਾਈਕੋਰਟ ਦੇ ਜਾਂ ਸੀਬੀਆਈ ਜਿਹੜੀ ਹੈ ਇਸ ਸਾਰੇ ਕਾਂਡ ਦੀ, ਜਿਹੜਾ ਪਹਿਲਾਂ 30 ਜੁਲਾਈ ਨੂੰ ਵਾਪਰਿਆ ਹੈ ਤੇ ਜਿਹੜਾ 17 ਅਗਸਤ ਨੂੰ ਵਾਪਰਿਆ ਹੈ, ਜਿਹੜਾ ਪੱਤਰਕਾਰ ਤੇ ਹਮਲਾ ਹੋਇਆ ਹੈ, ਇਹ ਸਾਰਾ ਜਿਹੜਾ ਆ ਇਹ ਕੇਸ ਜਿਹੜਾ ਆ ਸੀਬੀਆਈ ਨੂੰ ਦਿੱਤਾ ਜਾਵੇ। ਔਰ ਜੇਕਰ ਨਹੀਂ ਦਿੱਤਾ ਜਾਂਦਾ ਤੇ ਸ਼੍ਰੋਮਣੀ ਅਕਾਲੀ ਦਲ ਹਾਈਕੋਰਟ ਦਾ ਵੀ ਦਰਵਾਜ਼ਾ ਖੜਕਾਏਗੀ।